ਜਦੋਂ ਸੱਚ ਦੀ ਆਵਾਜ਼ ਦੇ ਲਈ ਲੜਨਾ ਪੈ ਜਾਵੇ ਤਾਂ ਬਹੁਤ ਸਾਰੇ ਆਪਣੇ ਵੀ ਤੁਹਾਡੇ ਵਿਰੋਧੀ ਹੋ ਜਾਂਦੇ ਨੇ। ਤੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਨਿਹੰਗ ਸਿੰਘਾਂ ਦੇ ਹੱਕ ਦੇ ਵਿੱਚ ਵੀਡੀਓ ਪਾਈ ਗਈ, ਸੱਚ ਬੋਲਿਆ ਗਿਆ ਹੈ। अगर तूने ये वीडियोस डिलीट नहीं करी तो तेरी वीडियो बना के वायरल कर दूंगा। इतनी गंदी गालियां दी गई कि शायद अपने घर में हम कभी भी लड़कियों को देने की कोशिश नहीं करेंगे। इतनी गंदी गालियां। तो जब मैंने कल वो वीडियो देखी ना, मुझे बहुत खुशी लगी। मतलब इतनी खुशी हुई जैसे मेरे अपने भाई रिहा हुए होंगे। जो शस्त्रों के लिए बोला जाता है वो क्यों बोला जाता है? वो उनका मान सम्मान है, उनकी पग उनका मान सम्मान है। आप उस पर हाथ डालेंगे तो फिर क्या होगा? आज तक किसी ने हाथ नहीं लगाया। मैं सिख, जो सिख समाज है ना, उसके बीच में रह रही हूँ, उसमें रह रही हूँ मैं, पंजाब की धरती में। मैं कह रही हूँ प्रशासन को उसको जेल में डालना चाहिए ऐसी बयानबाजी करने के लिए। उसके साथ के लड़के हैं, वो कह रहे हैं हमने निहंग सिंह को 500 रुपए दान किए हैं आने के लिए। उन्होंने मांगे हैं तुमसे? ਸਾਂਝਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਜਗਵਿੰਦਰ ਸਿੰਘ। ਤਾਂ ਨਿਹੰਗ ਸਿੰਘਾਂ ਦਾ ਜਿਹੜਾ ਮੋਰਚਾ ਉੱਤਰਾਖੰਡ ਲੱਗਿਆ ਸੀ ਉਹ ਫਤਿਹ ਹੋ ਚੱਲਿਆ ਹੈ। ਸਿੰਘਾਂ ਦੀ ਰਿਹਾਈ ਤੋਂ ਬਾਅਦ ਉਹ ਜਿਹੜਾ ਅੱਜ ਸਿੰਘ ਸ਼ਹੀਦਾਂ ਗੁਰਦੁਆਰਾ ਮੋਹਾਲੀ ਵਿਖੇ ਉਹਨਾਂ ਨੂੰ ਲਿਆਂਦਾ ਗਿਆ, ਜਿੱਥੇ ਨਤਮਸਤਕ ਵੀ ਹੋਏ ਅਤੇ ਉਹਨਾਂ ਦਾ ਮਾਣ ਸਨਮਾਨ ਵੀ ਕੀਤਾ ਗਿਆ। ਪਰ ਜਦੋਂ ਇਸ ਤਰੀਕੇ ਦੇ ਨਾਲ ਜਿਹੜਾ ਗੁਆਂਢੀ ਸੂਬਿਆਂ ਦੇ ਵਿੱਚੋਂ ਵਿਰੋਧ ਹੁੰਦਾ ਤਾਂ ਫਿਰ ਕਹਿੰਦੇ ਨੇ ਕਿ ਜਦੋਂ ਸੱਚ ਦੀ ਆਵਾਜ਼ ਦੇ ਲਈ ਲੜਨਾ ਪੈ ਜਾਵੇ ਤਾਂ ਬਹੁਤ ਸਾਰੇ ਆਪਣੇ ਵੀ ਤੁਹਾਡੇ ਵਿਰੋਧੀ ਹੋ ਜਾਂਦੇ ਨੇ। ਅਤੇ ਇਸੇ ਤਰੀਕੇ ਦੀ ਇੱਕ ਤਸਵੀਰ ਹੈ ਜਿਹੜੀ ਉੱਤਰਾਖੰਡ ਦੀ ਇੱਕ ਕੁੜੀ ਨੇ ਪੇਸ਼ ਕੀਤੀ ਹੈ, ਕਿਉਂਕਿ ਉਸ ਕੁੜੀ ਦਾ ਨਾਮ ਹਿਮਾਨੀ ਹੈ ਤੇ ਉਸਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਨਿਹੰਗ ਸਿੰਘਾਂ ਦੇ ਹੱਕ ਦੇ ਵਿੱਚ ਵੀਡੀਓ ਪਾਈ ਗਈ, ਸੱਚ ਬੋਲਿਆ ਗਿਆ। ਪਰ ਉਸ ਤੋਂ ਬਾਅਦ ਜੋ ਕੁਝ ਹੋਇਆ, ਕਿਉਂਕਿ ਬਹੁਤ ਸਾਰੇ ਉੱਤਰਾਖੰਡ ਦੇ ਲੋਕ ਇਸ ਉੱਤਰਾਖੰਡ ਦੀ ਕੁੜੀ ਦੇ ਹੀ ਦਿਵਾਲੇ ਹੋਏ, ਇਸ ਨੂੰ ਬਹੁਤ ਬੁਰਾ ਭਲਾ ਵੀ ਜਿਹੜਾ ਬੋਲਿਆ ਗਿਆ। ਤਾਂ ਸਾਡੇ ਨਾਲ ਹਿਮਾਨੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ ਕਿ ਸਾਰਾ ਕੁਝ ਕਿਵੇਂ ਉਹਨਾਂ ਦੇ ਮਨ ਦੇ ਵਿੱਚ ਆਇਆ, ਜਿਹੜੀ ਉਹਨਾਂ ਦੇ ਵੱਲੋਂ ਵੀਡੀਓ ਪਾਈ ਗਈ ਸੀ, ਅਤੇ ਕਿਵੇਂ ਹੁਣ ਜਿਹੜੇ ਉੱਤਰਾਖੰਡ ਦੇ ਲੋਕ ਨੇ ਉਹਨਾਂ ਨੂੰ ਇੱਥੋਂ ਤੱਕ ਕਿ ਥ੍ਰੈਟ ਵੀ ਜਿਹੜਾ ਦਿੱਤਾ ਜਾ ਰਿਹਾ। ਹਿਮਾਨੀ, ਸਭ ਤੋਂ ਪਹਿਲਾਂ ਤਾਂ ਬਹੁਤ ਤੁਹਾਡਾ ਵੀ ਕਿਉਂਕਿ ਧੰਨਵਾਦ ਅਸੀਂ ਵੀ ਕਰਦੇ ਹਾਂ ਕਿ ਤੁਸੀਂ ਸਾਡੇ ਨਿਹੰਗ ਸਿੰਘਾਂ ਦੇ ਨਾਲ ਆ ਕੇ ਖੜੇ ਹੋ। ਪਰ ਕਹਿੰਦੇ ਨੇ ਕਿ ਜਦੋਂ ਸੱਚ ਦੀ ਆਵਾਜ਼ ਲੜਨ ਦੇ ਲਈ ਸੱਚ ਬੋਲਣਾ ਪਵੇ ਤਾਂ ਬਹੁਤ ਸਾਰੇ ਆਪਣੇ ਵੀ ਤੁਹਾਡੇ ਦੁਸ਼ਮਣ ਬਣ ਜਾਂਦੇ ਨੇ। ਕੀ ਵਾਕਿਆ ਦੇ ਵਿੱਚ ਇਹ ਸੱਚ ਹੋ ਰਿਹਾ ਹੈ ਕਿ ਉੱਤਰਾਖੰਡ ਦੇ ਲੋਕਾਂ ਦੇ ਵੱਲੋਂ ਵੀ ਹੁਣ ਥ੍ਰੈਟ ਨੇ, ਤੁਹਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ? जी बिल्कुल, मुझे मैसेज आए हैं फेसबुक पे। मैं मैसेंजर कभी नहीं खोलती थी। उस दिन मैंने मैसेंजर खोल के देखा, उसमें साफ लिखा हुआ था अगर तूने ये वीडियोस डिलीट नहीं करी तो तेरी वीडियो बना के वायरल कर दूंगा। और ये एक नहीं, दो लोगों ने मुझे बोला। उसके बाद गंदी गंदी गालियाँ, इतनी गंदी गालियाँ दी गई कि शायद अपने घर में हम कभी भी लड़कियों को देने की कोशिश नहीं करेंगे। इतनी गंदी गालियाँ। रीज़न क्या था? क्योंकि मैंने सच बोला, मैं सच के साथ थी बस। ਅੱਛਾ, ਉਸ ਤੋਂ ਬਾਅਦ ਤੁਸੀਂ ਉਹ ਵੀਡੀਓਜ਼ ਡਿਲੀਟ ਕੀਤੀਆਂ ਜਾਂ ਇਦਾਂ ਹੀ ਨੇ ਹੁਣ? नहीं, मैंने बिल्कुल डिलीट नहीं किया। मैं और बना ही रही हूँ, डाल रही हूँ, रोज पोस्ट कर रही हूँ। जो सच है वो सच है। ਅੱਛਾ, ਨਿਹੰਗ ਸਿੰਘਾਂ ਦਾ ਮੋਰਚਾ ਫਤਿਹ ਹੋਇਆ, ਜਿੱਤ ਹੋਈ ਹੈ, ਜੋ ਮੰਗ ਸੀ ਉਹ ਵਾਪਸ ਆਏ ਨੇ, ਕਿੱਦਾਂ ਦਾ ਲੱਗ ਰਿਹਾ ਹੈ? ਪੰਜਾਬ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਰਹਿ ਰਹੇ ਹੋ? मैं 14 साल से पंजाब रह रही हूँ। और मुझे जब मैंने कल वो वीडियो देखी ना, मुझे बहुत खुशी लगी। मतलब इतनी खुशी हुई जैसे मेरे अपने भाई रिहा हुए होंगे। और मैंने उसी समय स्टोरियाँ पोस्ट करनी शुरू कर दी। ਇਹ ਜਿਹੜਾ ਪਹਿਰਾਵਾ, ਜ ਸੂਟ, ਸਿਰ ਤੇ ਚੁੰਨੀ, ਇਹ ਅਕਸਰ ਇਦਾਂ ਹੀ ਰਹਿਣੀ ਹੋ ਪੰਜਾਬ ਦੇ ਵਿੱਚ? मैं 14 साल से पंजाब में हूँ। और जब भी हम गुरु घर जाते हैं हम सर पे चुन्नी लेके जाते हैं। वैसे चलो हम जीन्स वगैरह डाल लेते हैं, पर गुरु घर में हम सूट ही पहनते हैं। ਅੱਛਾ, ਹੋਰ ਕੀ ਲੱਗਦਾ? ਕਿਉਂਕਿ ਪੰਜਾਬੀਆਂ ਦੇ ਬਾਰੇ ਬਹੁਤ ਕੁਝ ਬੋਲਿਆ ਗਿਆ, ਨਿਹੰਗ ਸਿੰਘਾਂ ਦੇ ਬਾਰੇ, ਸਿੱਖਾਂ ਦੇ ਬਾਰੇ ਬਹੁਤ ਕੁਝ ਬੋਲਿਆ ਗਿਆ, ਖਾਸ ਤੌਰ ਤੇ ਉੱਤਰਾਖੰਡ ਦੇ, ਹਿਮਾਚਲ ਦੇ ਲੋਕਾਂ ਦੇ ਵੱਲੋਂ। ਪਰ ਤੁਹਾਨੂੰ ਕਿਉਂ ਲੱਗਿਆ ਕਿ ਮੈਨੂੰ ਜੋ ਚੀਜ਼ ਸਹੀ ਹੈ ਕਿ ਮੈਂ ਉਹਦੇ ਹੱਕ ਦੇ ਵਿੱਚ ਆ ਕੇ ਖੜਾ? ਅਤੇ ਤੁਹਾਨੂੰ ਇਹ ਵੀ ਕਿਤੇ ਨਾ ਕਿਤੇ ਪਤਾ ਸੀ ਕਿ ਇਸ ਤੋਂ ਬਾਅਦ ਮੇਰੇ ਵਿਰੋਧ ਦੇ ਵਿੱਚ ਆ ਜਾਣਾ? देखिए, मैंने ना जब देखा, मैं लॉकडाउन में सिख भाइयों की सेवा देखी थी। अपना घर तो करते ही थे, बाहर के लोगों को भी खिलाते थे, और जो पशु पक्षी होते हैं उनको भी खाना खिलाते थे। उनसे मैंने सेवा सीखी। आज मैं सोशल वर्कर हूँ ना अगर, तो उनकी वजह से हूँ। मैं अगर एनजीओ चला रही हूँ, रन कर रही हूँ, एनिमल्स को खाना खिला रही हूँ, उनकी सेवा कर रही हूँ, तो उन्हीं की वजह से मैंने देखा उनका सेवा भाव इतना अच्छा है। मैं इस समय भी देख लो, गुरुद्वारे में खड़ी हूँ, इतने सिख हैं, है ना, कोई मुझे कुछ कह रहा है, मैं अकेली खड़ी हूँ। जो शस्त्रों के लिए बोला जाता है वो क्यों बोला जाता है? वो उनका मान सम्मान है, उनकी पग उनका मान सम्मान है। आप उस पर हाथ डालेंगे तो फिर क्या होगा? तो ये चीज़ लोगों को समझनी पड़ेगी थोड़ा। ਬਹੁਤ ਸਾਰੇ ਇਲਜ਼ਾਮ ਨੇ ਲੜਕਿਆਂ ਨੂੰ ਲੈ ਕੇ ਵੀ, ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਟਿੱਪਣੀਆਂ ਕੀਤੀਆਂ ਗਈਆਂ ਨੇ ਨਿਹੰਗ ਸਿੰਘ ਫੌਜਾਂ ਨੂੰ ਲੈ ਕੇ ਕਿ ਹੜਦੰਗ ਇਹਨਾਂ ਦੇ ਵੱਲੋਂ ਗੁਆਂਢੀ ਸੂਬਿਆਂ 'ਚ ਜਾ ਕੇ ਯਾਤਰਾ ਦੇ ਦੌਰਾਨ ਮਚਾਇਆ ਜਾਂਦਾ ਹੈ। ਤੁਹਾਨੂੰ ਕਦੇ ਇਸ ਤਰੀਕੇ ਦਾ ਮਹਿਸੂਸ ਹੋਇਆ, ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਇਹ ਤਾਂ ਪ੍ਰੋਟੈਕਸ਼ਨ ਇੱਕ ਸਾਡੀ ਫੌਜ ਹੈ ਜੋ ਹਮੇਸ਼ਾ ਹੀ ਸਾਡੀ ਰੱਖਿਆ ਕਰਦੀ? मैं रात को 2 बजे डॉग्स को खाना डालती हूँ। आज तक किसी ने हाथ नहीं लगाया। मैं सिख, जो सिख समाज है ना, उसके बीच में रह रही हूँ, उसमें रह रही हूँ मैं, पंजाब की धरती में। आसपास सिख रहते हैं, कभी कुछ नहीं हुआ मुझे। मैं 2 बजे पार्क में भी जाके बैठ सकती हूँ अगर नींद नहीं आ रही है। मैं इतनी सेफ फील करती हूँ। ਅੱਜ ਕਿੱਦਾਂ ਦਾ ਲੱਗ ਰਿਹਾ ਹੈ? ਕਿਉਂਕਿ ਪਿਛਲੇ ਕਈ ਘੰਟਿਆਂ ਤੋਂ ਤੁਸੀਂ ਵੀ ਨਿਹੰਗ ਸਿੰਘ ਫੌਜਾਂ ਦੇ ਨਾਲ ਮੌਜੂਦ ਹੋ, ਬੀਬੀਆਂ ਦੇ ਨਾਲ ਤੁਸੀਂ ਖੜੇ ਹੋ, ਉਹਨਾਂ ਦੇ ਵੱਲੋਂ ਤੁਹਾਡਾ ਵੀ ਮਾਨ ਸਨਮਾਨ ਕੀਤਾ ਗਿਆ। जी बिल्कुल, मुझे, मेरे को तो, मैं बोल रही हूँ ना, मुझे तो यहाँ पे बहुत अच्छा लगता है। हम तो कभी उत्तराखंड
जाएंगे भी नहीं। मैं साफ बोल रही हूँ, हमने यहीं पर अपना मकान बनाना है, यहीं रहना है, जैसे और पहाड़ी रह रहे हैं। तभी मैं बोल रही हूँ भाई हमारे लिए मुसीबत मत खड़ी करो, हमारे लिए प्रॉब्लम मत खड़ी करो, हमारा प्यार बना रहने दो, इस तरीके की हरकतें मत करो। ਤੁਹਾਡੀ ਫੈਮਿਲੀ ਇੱਥੇ ਹੈ, ਪਰਿਵਾਰ ਜਾਂ ਉੱਤਰਾਖੰਡ ਦੇ ਵਿੱਚ? नहीं, मैं और मेरे हस्बैंड और मेरा बेटा यहाँ है। ਤੁਹਾਡੇ ਫੈਮਿਲੀ ਤੁਹਾਡਾ ਪੂਰਾ ਸਪੋਰਟ ਕਰਦੀ ਹੈ ਜਦੋਂ ਫਿਰ ਤੁਸੀਂ ਸਿੰਘਾਂ ਦੇ ਹੱਕ ਦੇ ਵਿੱਚ? जी बिल्कुल करती है, तभी मैं खड़ी हूँ, क्योंकि वो भी बोलते हैं ऐसा कुछ नहीं है, ये लोग बना रहे हैं बस। पॉलिटिक्स चल रही है, यूकेडी का आशीष नेगी आपने देखा होगा, उसने आर्मी की बात उठा दी। इसका क्या मतलब बनता था? आर्मी का मुद्दा ही नहीं था, ये क्यों उठाया उसने? इस पे तो मुझे इतना गुस्सा है कि मेरे सामने वो खड़ा हो जाए, मैं उससे क्वेश्चन करूँ कि तूने क्यों उठाया ये मुद्दा, ये बयानबाजी तुम क्यों कर रहे हो? राजनीतिक खेलने के लिए? अगर तुम्हें राजनीतिक में आना है तो कुछ अच्छा करके आओ ना, ऐसे करके क्या फायदा है? तुम दो राज्यों को लड़ा रहे हो, दुश्मन बना रहे हो एक दूसरे का। ਧਰਮ ਦੇ ਨਾਂ ਤੇ ਰਾਜਨੀਤੀ ਹੋ ਰਹੀ ਹੈ, ਤੁਹਾਨੂੰ ਲੱਗਦਾ ਕਿ ਆਸ਼ੀਸ਼ ਨੇਗੀ ਤੇ ਬਿਆਨਾਂ ਤੇ ਵੀ ਜਿਹੜੀ ਕਾਰਵਾਈ ਜ਼ਰੂਰ ਪ੍ਰਸ਼ਾਸਨ ਦੇ ਵੱਲੋਂ ਕਰਨੀ ਚਾਹੀਦੀ? बिल्कुल करनी चाहिए। मैं कह रही हूँ प्रशासन को उसको जेल में डालना चाहिए ऐसी बयानबाजी करने के लिए। उसके साथ के लड़के हैं, वो कह रहे हैं हमने निहंग सिंह को 500 रुपए दान किए हैं आने के लिए। उन्होंने मांगे हैं तुमसे? उन्होंने अगर स्कैनर लगाया होगा तो अपने भाई बंधु के लिए लगाया होगा, तुम्हारे लिए नहीं लगाया है। अगर तुम्हारे पास इतना पैसा है तो जाके और सेवा कर लो। परेड ग्राउंड में देखो कितना बैठा है बेचारा, जिनको खाने को नहीं मिलता, वो सेवा करो। मैं खुद बोल रही हूँ। ਸੋ ਇਸ ਹਿਮਾਨੀ ਜਿਨ੍ਹਾਂ ਦੇ ਵੱਲੋਂ, ਜਿਨ੍ਹਾਂ ਨਿਹੰਗ ਸਿੰਘ ਫੌਜਾਂ ਦੇ ਵੱਲੋਂ ਸਿੰਘਾਂ ਦਾ ਸਾਥ ਦਿੱਤਾ ਗਿਆ, ਤਾਂ ਉਹਨਾਂ ਹੀ ਇਸ ਬਹਾਦਰ ਕੁੜੀ ਦੇ ਵੱਲੋਂ ਵੀ ਨਿਹੰਗ ਸਿੰਘ ਫੌਜਾਂ ਦਾ ਸਾਥ ਦਿੱਤਾ ਗਿਆ। ਪੰਜਾਬ ਦੇ ਹੱਕ ਦੀ ਗੱਲ ਕੀਤੀ ਗਈ, ਸਿੱਖਾਂ ਦੇ ਹੱਕ ਦੀ ਗੱਲ ਕੀਤੀ ਗਈ ਹੈ, ਤਾਂ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ, ਬਣਦਾ ਵੀ ਹੈ। ਖੈਰ ਮੋਰਚਾ ਜਿਹੜਾ ਫਤਿਹ ਹੋ ਚੱਲਿਆ। ਇਸ ਸਮੇਂ ਅਸੀਂ ਸਿੰਘ ਸ਼ਹੀਦਾਂ ਗੁਰਦੁਆਰਾ ਸਾਹਿਬ ਮੋਹਾਲੀ ਵਿਖੇ ਮੌਜੂਦ ਹੈ, ਜਿੱਥੇ ਉਹ ਸਿੰਘ ਆਏ ਅਤੇ ਉਹ ਨਤਮਸਤਕ ਹੋ ਕੇ ਇੱਥੇ ਉਹਨਾਂ ਦਾ ਵੀ ਮਾਨ ਸਨਮਾਨ ਕੀਤਾ ਗਿਆ ਹੈ। ਵੀਡੀਓ ਜਰਨਲਿਸਟ ਲਖਵਿੰਦਰ ਦੇ ਨਾਲ ਜਗਵਿੰਦਰ ਸਿੰਘ, ਸਾਂਝਾ ਟੀਵੀ ਮੋਹਾਲੀ।